ਹੈਲੋ ਸਟੂਡੈਂਟ, ਵੈਲਕਮ ਇਨ ਦਾ ਇਕਨੋਮਿਕਸ ਕਲਾਸ। ਸਟੂਡੈਂਟ, ਅੱਜ ਦੀ ਅਸੀਂ ਇਕਨੋਮਿਕਸ ਦੀ ਕਲਾਸ ਦੇ ਵਿੱਚ +1 ਦੀ ਕਲਾਸ ਦਾ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਮੰਗ ਦੀ ਕੀਮਤ ਲੋਚ। ਇਸ ਵੀਡੀਓ ਦੇ ਵਿੱਚ ਅਸੀਂ ਮੰਗ ਦੀ ਕੀਮਤ ਲੋਚ ਨਾਲ ਸੰਬੰਧਿਤ ਸਵਾਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਮੰਗ ਦੀ ਕੀਮਤ ਲੋਚ ਦਾ ਫਾਰਮੂਲਾ ਸਮਝਾਂਗੇ। ਮੰਗ ਦੀ ਕੀਮਤ ਲੋਚ ਦਾ ਜੋ ਫਾਰਮੂਲਾ ਹੈ ਉਸ ਦੇ ਵਿੱਚ ਕੀ ਆ, ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਨੂੰ ਅਸੀਂ ਹਮੇਸ਼ਾ ਉੱਪਰ ਲਿਖਦੇ ਹਾਂ, ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਨੂੰ ਅਸੀਂ ਹੇਠਾਂ ਲਿਖਦੇ। ਇਸ ਦਾ ਜੋ ਅਨੁਪਾਤ ਹੋਵੇਗਾ ਉਸ ਨੂੰ ਅਸੀਂ ਕੀ ਆਖਦੇ, ਮੰਗ ਦੀ ਕੀਮਤ ਲੋਚ। ਸੋ ਇਹਦੇ ਵਿੱਚ ਕੀ ਅਸੀਂ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਹਮੇਸ਼ਾ ਹੀ ਉੱਪਰਲੀ ਸਾਈਡ ਲਿਖਾਂਗੇ ਤੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਹੇਠਾਂ ਲਿਖਾਂਗੇ। ਕਈ ਵਾਰ ਕੀ ਹੈ, ਵਿਦਿਆਰਥੀ ਕਨਫਿਊਜ਼ ਹੋ ਜਾਂਦੇ ਆ ਕਿ ਕੀਮਤ ਵਿੱਚ ਜਿਹੜਾ ਪ੍ਰਤੀਸ਼ਤ ਪਰਿਵਰਤਨ ਆ ਉਹ ਉੱਪਰ ਲਿਖ ਦਿੰਦੇ ਆ, ਜੋ ਕਿ ਜਿਸ ਦੇ ਨਾਲ ਕਿ ਸਾਡਾ ਸਵਾਲ ਗਲਤ ਹੋ ਜਾਂਦਾ ਹੈ ਤੇ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਹੇਠਾਂ ਲਿਖ ਦਿੰਦੇ ਹਨ। ਸੋ ਹਮੇਸ਼ਾ ਤੁਸੀਂ ਯਾਦ ਰੱਖਣਾ ਹੈ ਕਿ ਮੰਗ ਵਿੱਚ ਪ੍ਰਤੀਸ਼ਤ ਪਰਿਵਰਤਨ ਹਮੇਸ਼ਾ ਉੱਪਰ ਆਵੇਗਾ ਤੇ ਕੀਮਤ ਵਿੱਚ ਪ੍ਰਤੀਸ਼ਤ ਪਰਿਵਰਤਨ ਹੇਠਾਂ ਆਵੇ। ਮੰਗ ਦੀ ਕੀਮਤ ਲੋਚ ਨੂੰ ਅਸੀਂ 3 ਵਿਧੀਆਂ ਦੇ ਨਾਲ ਹੱਲ ਕਰ ਸਕਦੇ ਹਾਂ। ਸਭ ਤੋਂ ਪਹਿਲੀ ਵਿਧੀ ਜਿਹੜੀ ਹੈ ਉਸ ਨੂੰ ਆਪਾਂ ਆਖਦੇ ਹਾਂ ਅਨੁਪਾਤਕ ਵਿਧੀ ਜਾਂ ਪ੍ਰਤੀਸ਼ਤ ਵਿਧੀ। ਇਸ ਵਿਧੀ ਦਾ ਜੋ ਫਾਰਮੂਲਾ ਹੈ ਉਸ ਨੂੰ ਅਸੀਂ ਇਸ ਤਰੀਕੇ ਨਾਲ ਲਿਖਦੇ ਹਾਂ, ਈਡੀ ਤੋਂ ਭਾਵ ਹੈ ਇਲਾਸਟੀਸਿਟੀ ਆਫ ਡਿਮਾਂਡ, ਭਾਵ ਮੰਗ ਦੀ ਕੀਮਤ ਲੋਚ। ਇਸ ਦੇ ਨਾਲ ਹਮੇਸ਼ਾ ਅਸੀਂ ਮਾਈਨਸ ਦਾ ਸਿੰਬਲ ਪਾਉਂਦੇ ਹਾਂ। ਕਿਉਂ ਪਾਉਂਦੇ ਹਾਂ? ਕਿਉਂਕਿ ਕੀਮਤ ਅਤੇ ਮੰਗ ਦੇ ਵਿਚਕਾਰ ਉਲਟ ਸੰਬੰਧ ਪਾਇਆ ਜਾਂਦਾ ਹੈ। ਇਸ ਦੇ ਲਈ ਅਸੀਂ ਕੀ ਇਹਦੇ ਵਿੱਚ ਮਾਈਨਸ ਦਾ ਰਿਣਾਤਮਕ ਦਾ ਚਿੰਨ੍ਹ ਪਾਉਂਦੇ ਹਾਂ, ਜਿਸ ਦੇ ਨਾਲ ਕਿ ਸਾਡਾ ਜਿਹੜਾ ਆਨਸਰ ਆ ਉਹ ਬਿਲਕੁਲ ਸਹੀ ਆਉਂਦਾ ਹੈ। ਇਸ ਤੋਂ ਬਾਅਦ ਅਸੀਂ ਫਾਰਮੂਲੇ ਦੇ ਵਿੱਚ P0 ਭਾਵ ਪੁਰਾਣੀ ਕੀਮਤ ਲਿਖਦੇ ਹਾਂ। ਇਸੇ ਤਰੀਕੇ ਨਾਲ Q0 ਜੋ ਕਿ ਆ ਪੁਰਾਣੀ ਮੰਗ ਦੀ ਮਾਤਰਾ ਲਿਖਦੇ ਹਾਂ। ਇਸੇ ਤਰੀਕੇ ਨਾਲ ਦੂਸਰੇ ਪਾਸੇ ਡੈਲਟਾ Q ਹੁੰਦਾ ਹੈ। ਡੈਲਟਾ Q ਤੋਂ ਭਾਵ ਕੀ ਹੁੰਦਾ ਹੈ, ਮੰਗ ਵਿੱਚ ਪਰਿਵਰਤਨ। ਇਸੇ ਤਰੀਕੇ ਨਾਲ ਡੈਲਟਾ P ਕੀ ਹੁੰਦਾ, ਸਾਡਾ ਕੀਮਤ ਵਿੱਚ ਪਰਿਵਰਤਨ। ਸੋ ਇਹਨਾਂ ਹੀ ਸਿੰਬਲਸ ਤੋਂ ਅਸੀਂ ਇਹ ਫਾਰਮੂਲਾ ਬਣਾਉਂਦੇ ਹਾਂ। P0 ਕੀ ਹੁੰਦਾ, ਸਾਡਾ ਪੁਰਾਣੀ ਕੀਮਤ। P1 ਹੁੰਦਾ ਸਾਡੀ ਨਵੀਂ ਕੀਮਤ। ਡੈਲਟਾ P ਕੀ ਹੁੰਦਾ ਆ, ਕੀਮਤ ਵਿੱਚ ਪਰਿਵਰਤਨ, ਜਿਸ ਨੂੰ ਅਸੀਂ ਇਸ ਤਰੀਕੇ ਨਾਲ ਕੈਲਕੂਲੇਟ ਕਰਦੇ ਹਾਂ। P1 ਦੇ ਵਿੱਚੋਂ P0 ਨੂੰ ਮਾਈਨਸ ਕਰਕੇ ਕੀ ਅਸੀਂ ਡੈਲਟਾ P ਪਤਾ ਕਰਦੇ ਹਾਂ। ਇਸੇ ਤਰੀਕੇ ਨਾਲ Q0 ਸਾਡਾ ਕੀ ਹੁੰਦਾ ਹੈ, ਪੁਰਾਣੀ ਮੰਗ ਹੁੰਦੀ ਹੈ। Q1 ਕੀ ਹੁੰਦਾ, ਸਾਡੀ ਨਵੀਂ ਮੰਗ ਦੀ ਮਾਤਰਾ ਹੁੰਦੀ ਹੈ। ਡੈਲਟਾ Q ਕੀ ਹੁੰਦਾ ਹੈ ਉਹ ਅਸੀਂ ਇਸ ਤਰੀਕੇ ਨਾਲ ਪਤਾ ਕਰਦੇ ਹਾਂ। Q1 ਦੇ ਵਿੱਚੋਂ ਜਦੋਂ ਅਸੀਂ Q0 ਨੂੰ ਮਾਈਨਸ ਕਰ ਲੈਂਦੇ ਹਾਂ ਦੈਨ ਸਾਡੇ ਕੋਲ ਜਿਹੜੀ ਵੈਲਿਊ ਆਉਂਦੀ ਹੈ ਉਸ ਨੂੰ ਅਸੀਂ ਡੈਲਟਾ Q ਆਖਦੇ ਹਾਂ। ਸੋ ਇਸ ਫਾਰਮੂਲੇ ਦੇ ਨਾਲ ਅਸੀਂ ਅਲੱਗ-ਅਲੱਗ ਤਰੀਕੇ ਦੇ 3 ਤਰ੍ਹਾਂ ਦੇ ਸਮ ਕਰਾਂਗੇ, ਜਿਸ ਦੇ ਵਿੱਚ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੋਵੇਗੀ। ਉਹ ਸਟੇਟਮੈਂਟ ਨੂੰ ਪੜ੍ਹ ਕੇ ਅਸੀਂ ਕੀ ਆ P1 P0 Q0 Q1 ਨੂੰ ਫਾਈਂਡ ਕਰਾਂਗੇ। ਫਾਈਂਡ ਕਰਨ ਤੋਂ ਬਾਅਦ ਅਸੀਂ ਕੀ ਹੈ ਡੈਲਟਾ P ਪਤਾ ਕਰਾਂਗੇ ਤੇ ਡੈਲਟਾ Q ਪਤਾ ਕਰਾਂਗੇ। ਉਹਨਾਂ ਨੂੰ ਅਸੀਂ ਇਸ ਫਾਰਮੂਲੇ ਵਿੱਚ ਪੁੱਟ ਕਰਕੇ ਕੀ ਅਸੀਂ ਮੰਗ ਦੀ ਕੀਮਤ ਲੋਚ ਕੱਢ ਸਕਦੇ। ਸੋ ਨੈਕਸਟ ਅਸੀਂ ਸਟੇਟਮੈਂਟ ਲਵਾਂਗੇ ਜਿਹਦੇ ਨਾਲ ਕਿ ਅਸੀਂ ਸਵਾਲ ਹੱਲ ਕਰਾਂਗੇ। ਮੰਗ ਦੀ ਕੀਮਤ ਲੋਚ ਦੇ ਫਾਰਮੂਲੇ ਨੂੰ ਅਸੀਂ ਇੱਕ ਸਟੇਟਮੈਂਟ ਦੇ ਨਾਲ ਅਪਲਾਈ ਕਰਕੇ ਦੇਖਾਂਗੇ। ਸਟੇਟਮੈਂਟ ਚੈੱਕ ਕਰਦੇ ਹਾਂ ਸਾਨੂੰ ਕਿਹੜੀ ਦਿੱਤੀ ਹੋਈ ਹੈ। ਜਦੋਂ ਕਿਸੇ ਵਸਤੂ ਦੀ ਕੀਮਤ 5 ਰੁਪਏ ਪ੍ਰਤੀ ਇਕਾਈ ਹੈ ਤਾਂ ਉਪਭੋਗਤਾ ਉਸ ਵਸਤੂ ਦੀਆਂ 100 ਇਕਾਈਆਂ ਦੀ ਮੰਗ ਕਰਦਾ ਹੈ, 100 ਇਕਾਈਆਂ ਖਰੀਦਦਾ ਹੈ। ਅਸੀਂ ਕੀ ਕਰਨਾ ਹੈ, ਜਦੋਂ ਵੀ ਸਾਨੂੰ ਪਹਿਲੀ ਕੀਮਤ ਜਿਹੜੀ ਦਿੱਤੀ ਹੁੰਦੀ ਹੈ ਉਸ ਨੂੰ ਅਸੀਂ P0 ਮੰਨਦੇ ਹਾਂ। ਉਹ ਕੀ ਹੈ, ਸਾਡਾ 5। ਹਮੇਸ਼ਾ ਸਟੇਟਮੈਂਟ ਦੇ ਵਿੱਚ ਜਿਹੜੀ ਫਸਟ ਲਾਈਨ ਹੁੰਦੀ ਹੈ ਉਹਦੇ ਵਿੱਚ ਸਾਨੂੰ P0 ਤੇ Q0 ਦਿੱਤਾ ਹੁੰਦਾ ਹੈ। ਇਕਾਈਆਂ ਦੇ ਨਾਲ ਜੋ ਵੀ ਵੈਲਿਊ ਲਿਖੀ ਹੁੰਦੀ ਹੈ ਉਸ ਨੂੰ ਅਸੀਂ Q0 ਮੰਨਦੇ ਹਾਂ। ਹਮੇਸ਼ਾ ਅਸੀਂ ਕੀ ਹੈ ਸਟੇਟਮੈਂਟ ਦੇ ਵਿੱਚੋਂ ਸਹੀ ਪ੍ਰਾਈਸ, ਸਹੀ P0, ਸਹੀ Q0 ਚੁੱਕਾਂਗੇ ਤਾਂ ਦਿਨ ਸਾਡਾ ਕੀ ਸਵਾਲ ਕਦੇ ਵੀ ਗਲਤ ਨਹੀਂ ਹੋਵੇਗਾ। ਉਸ ਤੋਂ ਬਾਅਦ ਕੀ ਦੱਸਿਆ ਨਹੀਂ, ਪਰ ਜਦੋਂ ਕੀਮਤ ਵੱਧ ਕੇ 6 ਹੋ ਜਾਂਦੀ, ਭਾਵ ਕੀ ਹੈ ਨਵੀਂ ਕੀਮਤ ਹੈ ਜਿਸ ਨੂੰ ਕੀ ਅਸੀਂ P1 ਮੰਨਾਂਗੇ, ਜੋ ਕੀ ਹੈ 6 ਰੁਪਏ ਹੈ। ਜਦੋਂ ਵੀ ਸਾਡੀ ਕੀਮਤ ਵੱਧਦੀ ਹੈ ਤਾਂ ਸਾਨੂੰ ਪਤਾ ਕਿ ਮੰਗ ਜਿਹੜੀ ਹੈ ਘਟ ਜਾਂਦੀ ਹੈ। ਕੀਮਤ 6 ਹੋਣ ਤੇ ਸਾਡੀ ਮੰਗ ਕੀ ਆ 75 ਹੋ ਜਾਂਦੀ, ਭਾਵ Q1 ਜਿਹੜਾ ਨਵਾਂ ਹੈ ਉਹ ਕਿੰਨਾ ਹੈ 75। ਸੋ ਇਸ ਤਰੀਕੇ ਨਾਲ ਅਸੀਂ ਸਟੇਟਮੈਂਟ ਦੇ ਵਿੱਚੋਂ P0 Q0 P1 Q1 ਪਿਕ ਕਰਨੇ ਹਨ ਫਾਰਮੂਲੇ ਦੇ ਵਿੱਚ ਵਰਤਣ ਦੇ ਲਈ। ਇਹ ਹਮੇਸ਼ਾ ਹੀ ਕੀ ਆਪਾਂ ਆ P0 ਹਮੇਸ਼ਾ ਹੀ ਜਿਹੜੀ ਪਹਿਲੀ ਕੀਮਤ ਦਿੱਤੀ ਹੁੰਦੀ ਸਟੇਟਮੈਂਟ ਦੇ ਵਿੱਚ ਉਹਨੂੰ ਅਸੀਂ P0 ਮੰਨਦੇ ਹਾਂ। ਇਸ ਤਰੀਕੇ ਨਾਲ Q0 ਜਿਹੜੀ ਆ ਸਾਡੀ ਇਕਾਈਆਂ ਦੇ ਨਾਲ, ਜਿਹੜੀ ਪਹਿਲੀ ਇਕਾਈਆਂ ਦੇ ਨਾਲ ਦਿੱਤੀ ਹੋਈ ਵੈਲਿਊ ਹੁੰਦੀ ਉਹਨੂੰ ਅਸੀਂ Q0 ਮੰਨਦੇ ਹਾਂ। ਜਦੋਂ ਵੀ ਕੀਮਤ ਵਿੱਚ ਪਰਿਵਰਤਨ ਹੁੰਦਾ ਹੈ ਉਹਨੂੰ ਅਸੀਂ P1 ਭਾਵ ਨਵੀਂ ਕੀਮਤ ਮੰਨਾਂਗੇ। Q1 ਅਸੀਂ ਕਿਸ ਨੂੰ ਮੰਨਾਂਗੇ, ਜੋ ਵੀ ਆ ਕੀਮਤ ਵਿੱਚ ਪਰਿਵਰਤਨ ਹੋਣ ਦੇ ਨਾਲ ਜੋ ਸਾਡੀ ਮੰਗ ਦੇ ਵਿੱਚ ਪਰਿਵਰਤਨ ਹੁੰਦਾ ਹੈ ਉਹਨੂੰ ਅਸੀਂ Q1 ਮੰਨਾਂਗੇ। ਹੁਣ ਅਸੀਂ ਕੀ ਹੈ ਡੈਲਟਾ P ਪਤਾ ਕਰਾਂਗੇ। ਡੈਲਟਾ P ਪਤਾ ਕਰਨ ਦਾ ਫਾਰਮੂਲਾ ਕੀ ਸਾਨੂੰ P1 ਮਾਈਨਸ P0। P1 ਸਾਡਾ ਕਿੰਨਾ ਹੈ 6, P0 ਸਾਡਾ ਕਿੰਨਾ ਹੈ 5 ਤੇ ਸਾਡੀ ਜਿਹੜੀ ਵੈਲਿਊ ਆਈ ਆ ਡੈਲਟਾ P ਦੀ ਉਹ ਹੈ 1। ਇਸੇ ਤਰੀਕੇ ਨਾਲ Q0 ਤੋਂ ਅਸੀਂ Q1 ਤੋਂ ਅਸੀਂ ਡੈਲਟਾ Q ਪਤਾ ਕਰ ਰਹੇ ਹਾਂ। Q1 ਮਾਈਨਸ Q0
ਭਾਵ Q1 ਸਾਡਾ ਕਿੰਨਾ ਹੈ 75, Q0 ਕਿੰਨਾ ਹੈ 100 ਤੇ ਇੱਥੇ ਸਾਡੀ ਵੈਲਿਊ ਕੀ ਆ ਮਾਈਨਸ ਦੇ ਵਿੱਚ ਆਵੇਗੀ -25 Q ਡੈਲਟਾ Q ਸਾਡਾ ਕਿੰਨਾ ਹੈ -25। ਹੁਣ ਅਸੀਂ ਕੀ ਆ ਫਾਰਮੂਲਾ ਜਿਹੜਾ ਸਾਡਾ ਸੀਗਾ ਉਹ ਲਿਖਾਂਗੇ -ED P0 Q0 ਡੈਲਟਾ Q ਡੈਲਟਾ P। ਹੁਣ ਅਸੀਂ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ। P0 ਸਾਡਾ ਕਿੰਨਾ ਹੈ 5, Q0 ਸਾਡਾ ਕਿੰਨਾ ਹੈ 100, ਡੈਲਟਾ Q ਸਾਡਾ -25, ਡੈਲਟਾ P ਸਾਡਾ ਕਿੰਨਾ ਹੈ ਸਿੰਗਲ 1 ਤੇ ਮਾਈਨਸ ਦਾ ਸਿੰਬਲ ਅਸੀਂ ਨਾਲ ਲੈ ਕੇ ਚੱਲਣਾ ਹੈ ਤੇ ਇਹ ਮਾਈਨਸ ਨੂੰ ਅਸੀਂ ਇੱਥੇ ਹੀ ਕੱਟ ਕਰ ਸਕਦੇ ਹਾਂ। ਦੈਨ ਹੁਣ ਅਸੀਂ ਕੀ ਕਰਨਾ, ਅਸੀਂ ਸਿੱਧੀ ਗੁਣਾ ਕਰਾਂਗੇ। ਜੇਕਰ ਸਾਡੀ ਕੈਲਕੂਲੇਸ਼ਨ ਸਾਨੂੰ ਈਜ਼ੀਲੀ ਆਉਂਦੀ ਹੈ ਦੈਨ ਅਸੀਂ ਇਹਨਾਂ ਨੂੰ ਕੱਟ ਵੀ ਸਕਦੇ ਹਾਂ, ਪਰ ਅਸੀਂ ਕੀ ਹੈ ਸਮ ਨੂੰ ਸੌਖਾ ਕਰਨ ਦੇ ਲਈ ਕੀ ਹੈ ਪਹਿਲਾਂ ਸਿੱਧੀ ਗੁਣਾ ਕਰਾਂਗੇ। 5 ਨੂੰ ਅਸੀਂ ਜਦੋਂ 25 ਦੇ ਨਾਲ ਗੁਣਾ ਕਰਦੇ ਹਾਂ ਤਾਂ ਸਾਡੀ 5 5 ਕਿੰਨੇ ਹੁੰਦੇ ਹਨ 125। 100 ਨੂੰ 1 ਨਾਲ ਗੁਣਾ ਕੀਤੀ ਤਾਂ ਸਾਡਾ 100 ਰਹਿ ਜਾਏਗਾ। ED ਅਸੀਂ ਪਤਾ ਕਰ ਰਹੇ ਹਾਂ। ਸਾਨੂੰ ਪਤਾ ਕਿ ਮੈਥ ਦੇ ਜਿਹੜੇ ਰੂਲ ਹੁੰਦੇ ਹਨ ਕਿ ਜੇਕਰ ਥੱਲੇ 2 ਜ਼ੀਰੋਆਂ ਹਨ ਦੈਨ ਕਿ ਅਸੀਂ 2 ਪੁਆਇੰਟ ਛੱਡ ਕੇ ਗਿਣਤੀ ਲਾ ਸਕਦੇ ਹਾਂ, ਪੁਆਇੰਟ ਲਾ ਸਕਦੇ, ਦਸ਼ਮਲਵ ਲਾ ਸਕਦੇ ਹਾਂ। ਇਸ ਤਰੀਕੇ ਨਾਲ ਸਾਡਾ ਜਿਹੜਾ ਆਨਸਰ ਆਇਆ ਹੈ ਇਲਾਸਟਿਸਿਟੀ ਉਹ ਡਿਮਾਂਡ ਕੀ ਆ 1.25। ਜਦੋਂ ਵੀ ਇਲਾਸਟਿਸਿਟੀ ਡਿਮਾਂਡ ਸਾਡੀ ਜਿਹੜੀ 1 ਤੋਂ ਵੱਧ ਹੋਵੇ ਭਾਵ 1.25 ਹੈ, ਅਸੀਂ ਇਸ ਨੂੰ ਲਿਖਾਂਗੇ ਇਕਾਈ ਤੋਂ ਵੱਧ ਲੋਚਦਾਰ ਮੰਗ। ਸੋ ਸਾਡੀ ਜਿਹੜੀ ਆ ਸਟੇਟਮੈਂਟ ਤੋਂ ਮੰਗ ਦੀ ਕੀਮਤ ਲੋਚ ਦਾ ਜੋ ਆਨਸਰ ਆਇਆ ਉਹ ਹੈ ਇਕਾਈ ਤੋਂ ਵੱਧ 1.25। ਜਦੋਂ ਵੀ ਸਾਡਾ ਆਨਸਰ 1 ਤੋਂ ਵੱਧ ਆਉਂਦਾ ਤਾਂ ਅਸੀਂ ਇਕਾਈ ਤੋਂ ਵੱਧ ਲਿਖਾਂਗੇ। ਜੇਕਰ ਸਾਡਾ ਆਨਸਰ 1 ਤੋਂ ਘੱਟ ਹੁੰਦਾ 0.99 ਹੁੰਦਾ ਦੈਨ ਅਸੀਂ ਕੀ ਲਿਖਣਾ ਸੀ ਇਕਾਈ ਤੋਂ ਘੱਟ ਲੋਚਦਾਰ ਮੰਗ। ਜੇਕਰ ਸਾਡਾ ਆਨਸਰ ਬਿਲਕੁਲ 1 ਹੁੰਦਾ, ਸਿੰਗਲ 1 ਹੁੰਦਾ ਦੈਨ ਅਸੀਂ ਦੈਨ ਸਾਡਾ ਆਨਸਰ ਕੀ ਹੋਣਾ ਸੀ ਇਕਾਈ ਹੋਣਾ ਸੀਗਾ, ਇਕਾਈ ਲੋਚਦਾਰ ਮੰਗ। ਸੋ ਸਾਨੂੰ ਦੁਬਾਰਾ ਰਿਪੀਟ ਕਰਕੇ ਦੇਖਦੇ ਹਾਂ ਕਿ ਸਾਡੀ ਜਿਹੜੀ ਪਹਿਲੀ ਲਾਈਨ ਦੇ ਵਿੱਚ ਜੋ ਵੀ ਸਟੇਟਮੈਂਟ ਦੇ ਵਿੱਚ ਸਾਡੀ ਜਿਹੜਾ ਪ੍ਰਾਈਸ ਦਿੱਤਾ ਹੁੰਦਾ ਹੈ ਉਹਨੂੰ ਅਸੀਂ P0 ਮੰਨਦੇ ਹਾਂ ਤੇ ਉਸੇ ਸਟੇਟਮੈਂਟ ਦੇ ਵਿੱਚ ਇਕਾਈਆਂ ਦੇ ਨਾਲ ਜੋ ਵੈਲਿਊ ਹੁੰਦੀ ਹੈ ਉਸ ਨੂੰ ਅਸੀਂ ਕੀ ਆ Q0 ਮੰਨਦੇ ਹਾਂ। ਜਦੋਂ ਵੀ ਕੀਮਤ ਵਿੱਚ ਪਰਿਵਰਤਨ ਹੁੰਦਾ ਹੈ ਨਵੀਂ ਕੀਮਤ ਜਿਹੜੀ ਆਉਂਦੀ ਹੈ ਉਹਨੂੰ ਅਸੀਂ P1 ਭਾਵ ਨਿਊ ਕੀਮਤ ਮੰਨਦੇ ਹਾਂ। Q1 ਕੀ ਹੁੰਦਾ ਹੈ ਜੋ ਵੀ ਕੀਮਤ ਦੇ ਵਿੱਚ ਪਰਿਵਰਤਨ ਹੋਣ ਦੇ ਨਾਲ ਨਵੀਂ ਇਕਾਈ ਆਉਂਦੀ ਸਾਡੀ ਮੰਗ ਕੀਤੀ ਜਾਂਦੀ ਹੈ ਉਸ ਨੂੰ ਅਸੀਂ Q1 ਮੰਨਦੇ ਹਾਂ। ਸੋ ਇਹਨਾਂ ਨੂੰ ਅਸੀਂ ਸਟੇਟਮੈਂਟ ਤੋਂ ਕੱਢ ਕੇ ਜਦੋਂ ਵੈਲਿਊਜ਼ ਦੇ ਵਿੱਚ ਲਿਖਦੇ ਹਾਂ ਦੈਨ ਕਿ ਅਸੀਂ ਡੈਲਟਾ P ਕੱਢ ਸਕਦੇ ਹਾਂ। P1 ਚੋਂ P0 ਨੂੰ ਮਾਈਨਸ ਕਰਕੇ ਡੈਲਟਾ Q ਪਤਾ ਕਰਨ ਲਈ ਕੀ ਕਰਾਂਗੇ Q1 ਚੋਂ Q0 ਮਾਈਨਸ ਕਰਾਂਗੇ ਤੇ ਇਹਨਾਂ ਵਿੱਚੋਂ ਇੱਕ ਵੈਲਿਊ ਸਾਡੀ ਮਾਈਨਸ ਦੀ ਜ਼ਰੂਰ ਆਵੇਗੀ ਕਿਉਂਕਿ ਕੀਮਤ ਤੇ ਮੰਗ ਦੇ ਵਿਚਕਾਰ ਕੀ ਹੈ ਉਲਟ ਸੰਬੰਧ ਪਾਇਆ ਜਾਂਦਾ। ਇਸੇ ਕਰਕੇ ਫਾਰਮੂਲੇ ਦੇ ਵਿੱਚ ਵੀ ਜਿਹੜਾ ਮਾਈਨਸ ਹੀ ਲੈ ਕੇ ਚੱਲਦੇ ਹਾਂ। ਉਸ ਮਾਈਨਸ ਨੂੰ ਅਸੀਂ ਵੈਲਿਊਜ਼ ਦੇ ਵਿੱਚ ਜਿਹੜਾ ਮਾਈਨਸ ਹੁੰਦਾ ਉਹਦੇ ਨਾਲ ਕੱਟ ਦਿੰਦੇ ਹਾਂ। ਦੈਨ ਕੀ ਕਰਦੇ ਹਾਂ ਸਿੱਧੀ ਗੁਣਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉੱਪਰਲੀ ਵੈਲਿਊ ਨੂੰ ਉੱਪਰਲੇ ਨਾਲ, ਹੇਠਾਂ ਵਾਲੀ ਵੈਲਿਊ ਨੂੰ ਹੇਠਾਂ ਦੇ ਨਾਲ ਗੁਣਾ ਕਰਦੇ ਹਾਂ। ਉੱਪਰਲੀ ਵੈਲਿਊ ਨੂੰ ਉੱਪਰ ਦੇ ਨਾਲ ਗੁਣਾ ਕਰਕੇ 5 5 25 125 ਸਾਡਾ ਜਿਹੜਾ 25 ਨੂੰ 5 ਨਾਲ ਗੁਣਾ ਕਰਦੇ ਹਾਂ ਤਾਂ 125 ਸਾਡੀ ਵੈਲਿਊ ਹੁੰਦੀ ਹੈ। 100 ਨੂੰ 1 ਨਾਲ ਗੁਣਾ ਕਰਦੇ ਹਾਂ ਤਾਂ 100 ਹੀ ਰਹਿ ਜਾਂਦਾ ਹੈ। ਫਿਰ ਅਸੀਂ ਜਿਹੜਾ ਮੈਥ ਦਾ ਸਾਡਾ ਰੂਲ ਹੈ ਕਿ ਵਟਾ ਦੇ ਵਿੱਚ ਜੇਕਰ 2 ਜ਼ੀਰੋਆਂ ਸਾਡੇ ਕੋਲ ਹੋਣ ਦੈਨ ਕਿ ਅਸੀਂ 2 ਪੁਆਇੰਟ ਛੱਡ ਕੇ 2 ਵੈਲਿਊ ਛੱਡ ਕੇ ਪੁਆਇੰਟ ਲਗਾਉਂਦੇ ਹਾਂ ਤਾਂ ਦੈਨ ਸਾਡਾ ਜਿਹੜਾ ਆਨਸਰ ਆ ਉਹ 1.25 ਆਉਂਦਾ ਹੈ ਜੋ ਕਿ ਇਕਾਈ ਤੋਂ ਵੱਧ ਲੋਚਦਾਰ ਮੰਗ ਹੈ। ਇਸ ਤੋਂ ਬਾਅਦ ਅਸੀਂ ਨੈਕਸਟ ਜਿਹੜਾ ਟਾਈਪਸ ਦਾ ਜਿਹੜਾ ਸਮ ਕਰਾਂਗੇ ਮੰਗ ਦੀ ਕੀਮਤ ਲੋਚ ਦਾ। ਉਸ ਦੇ ਵਿੱਚ ਕੀ ਹੋਏਗਾ ਸਾਨੂੰ P1 ਜਿਹੜਾ ਆ ਸਾਨੂੰ ਨਹੀਂ ਦਿੱਤਾ ਹੋਵੇਗਾ। ਅਸੀਂ ਕੀ ਕਰਾਂਗੇ P1 ਦੀ ਵੈਲਿਊ ਫਾਈਂਡ ਕਰਾਂਗੇ ਤੇ ਸਾਨੂੰ ਇਲਾਸਟਿਸਿਟੀ ਆਫ ਡਿਮਾਂਡ ਜਿਹੜੀ ਉਹ ਦਿੱਤੀ ਹੋਵੇਗੀ। ਮੰਗ ਦੀ ਕੀਮਤ ਲੋਚ ਦਾ ਜਿਹੜਾ ਸੈਕੰਡ ਟਾਈਪ ਦਾ ਜਿਹੜਾ ਸਮ ਹੈ ਉਹਦੇ ਸਟੇਟਮੈਂਟ ਅਸੀਂ ਚੈੱਕ ਕਰਦੇ ਹਾਂ ਕਿ ਇੱਕ ਵਸਤੂ ਦੀ ਕੀਮਤ ਜਿਹੜੀ ਆ 6 ਰੁਪਏ ਹੋਣ ਤੇ ਉਪਭੋਗਤਾ ਕੀ ਹੈ 50 ਇਕਾਈਆਂ ਦੀ ਮੰਗ ਕਰਦਾ ਹੈ। ਭਾਵ ਕੀ ਹੈ P0 ਸਾਡਾ ਕਿੰਨਾ ਹੈ 6, Q0 ਸਾਡਾ ਕਿੰਨਾ ਹੈ 50। ਸੈਕਿੰਡ ਲਾਈਨ ਨੂੰ ਨਹੀਂ ਲਿਖੀ ਹੈ ਕਿ ਮੰਗ ਦੀ ਕੀਮਤ ਲੋਚ ਸਾਨੂੰ -2 ਦਿੱਤੀ ਹੈ ਜਿਹੜੀ ਅਸੀਂ ਪਿਛਲੇ ਸਮ ਦੇ ਵਿੱਚ ਪਤਾ ਕੀਤੀ ਸੀ। ਹੁਣ ਇਹ ਸਟੇਟਮੈਂਟ ਦੇ ਵਿੱਚ ਕੀ ਸਾਨੂੰ ਪਹਿਲਾਂ ਹੀ ਦਿੱਤੀ ਹੋਈ ਹੈ। ED ਸਾਡਾ ਕਿੰਨਾ ਦਿੱਤਾ ਹੋਇਆ ਹੈ -2। ਅਗਲੀ ਲਾਈਨ ਪੜ੍ਹਦੇ ਹਾਂ ਕਿਸ ਕੀਮਤ ਉੱਤੇ ਵਸਤੂ ਦੀਆਂ 100 ਇਕਾਈਆਂ ਖਰੀਦੇਗਾ ਉਪਭੋਗਤਾ। ਕਿਸ ਕੀਮਤ ਭਾਵ ਕਿ P1 ਸਾਨੂੰ ਨਹੀਂ ਦਿੱਤਾ ਹੋਇਆ, Q1 ਸਾਨੂੰ ਜਿਹੜਾ ਆ ਉਹ ਦਿੱਤਾ ਹੋਇਆ ਹੈ ਉਹ ਕਿੰਨਾ ਦਿੱਤਾ ਹੈ 100। ਹੁਣ ਇਸ ਸਮ ਦੇ ਵਿੱਚ ਕੀ ਅਸੀਂ ਕਰਨਾ ਹੈ
P1 पता करना है। पिछले सम ਦੇ ਵਿੱਚ ਅਸੀਂ ED पता ਕੀਤਾ ਸੀ, ਲਾਸਟ ਡੀ डिमांड पता ਕੀਤਾ ਸੀ, पर ਇਹ ਸਮ ਕੀ ਹੈ ਉਸ ਤੋਂ थोड़ा ਵੱਖਰਾ है। सो ਇਸ ਨੂੰ ਟਰਾਈ ਕਰਦੇ ਹਾਂ ਅਸੀਂ। ਸਭ ਤੋਂ ਪਹਿਲਾਂ ਅਸੀਂ ਡੈਲਟਾ P पता ਕਰਾਂਗੇ, P1 माइनस P0। P1 ਸਾਨੂੰ नहीं पता, ਉਹਨੂੰ ਅਸੀਂ ਐਜ਼ ਇਟ ਲਿਖ ਲੈਣਾ। P0 ਸਾਡਾ P0 ਸਾਡਾ ਕਿੰਨਾ है 6 है। सो इस नूं असीं इक्वेशन नूं असीं सॉल्व नहीं हले कर सकते, इस नूं असीं एज इट लैके चलना है। डेल्टा Q साडा कितना आवेगा Q1 माइनस Q0, दोनों वैल्यू सानूं दित्तियां होईयां हन 100 माइनस 50, तो साडी जिहड़ी वैल्यू आवेगी डेल्टा Q दी वो कितनी होवेगी 50 होवेगी। सो हुण असीं ये सारियां वैल्यूज़ नूं फॉर्मूले दे विच पुट करन दी कोशिश करदे हां। ED फॉर्मूला साडा की सी P0 Q0 डेल्टा Q डेल्टा P। P0 साडा कितना है 6, Q0 साडा कितना है 50, डेल्टा Q साडा कितना है असी 50, डेल्टा P साडा कितना है असी जिसनों हले असी सॉल्व नहीं कर सकते, इसनों एज इट असी ब्रैकेट दे विच रखांगे। तो साडा इलास्टिसिटी ऑफ डिमांड सानू कितना दिता है -2। असी की करना है -2 की हेठां असी 1 का निशान लगा लेना। सानू पता है कि जिहड़ा अंश ते हरती हुंदी है कि हेठां जे वैल्यू कोई नहीं हैगी तो दैन उसनूं असी 1 मानते हैं। सब तो पहले असी इत्थे करांगे सिद्धी गुणा दी करांगे, सिद्धी गुणा तो भाव 6 की गुणा असी 50 दे नाल करांगे। 50 की गुणा जिहड़ी थल्ले वाले दी P1 नाल भी कीती जावेगी ते 6 दे नाल भी कीती जावेगी। उस तो बाद नैक्सट असी देखते हैं -2 बटा 1, 6 की 50 नाल गुणा की साडी वैल्यू आएगी 300, तो 50 की गुणा असी P1 नाल की 50 P1, 50 की गुणा 6 नाल की 300। इस तरीके नाल असीं इहनूं हले ब्रैकेट 'च रखांगे। सो इस तरीके नाल असीं की है सीधी गुणा करांगे उपरली वैल्यू की उपर नाल, हेठां वाली वैल्यू की हेठां दे नाल। ब्रैकेट दे विच जिहड़ियां दोनों वैल्यू हन उन्हां दी दोनां दे नाल गुणा करांगे असीं 50 की। हुण असीं की करांगे तिरछी गुणा करांगे इत्थे। ये स्टैप साडा जिहड़ा इस सवाल दे विच न्यू आ, इहदे विच की असीं तिरछी गुणा करांगे। तिरछी गुणा दा भाव की है इहदी गुणा असीं इहदे नाल करांगे, इहदी गुणा इहदे नाल करांगे। असीं करना 300 गुणा 1 लिखांगे, -2 की गुणा कितना करांगे 50 P1 माइनस 300। हुण असीं इहनूं -2 की गुणा 50 नाल कीती, साडी वैल्यू हो जाएगी -100 P1, -2 की गुणा 300 नाल कीती 600, माइनस ते माइनस साडी की होगी प्लस हो गई है। 300 की गुणा 300 नाल कीती 1 नाल कीती तो साडी वैल्यू 300 ही रहेगी। हुण असीं की करांगे -100 P1, इधर वाली वैल्यू जी है माइनस प्लस की जी साढ़े 600 आ वो इधर आके माइनस दे 600 हो जाएंगे। इन्होंने दोनों की माइनस की साड़ी वैल्यू आएगी 300, -100 P1, माइनस में असी माइनस के नाल कट देवांगे। P1 जिहड़ा साडा आएगा 300, 100 नूं असी इधर आके बटा करते हैं, 0 ना 0 कट के साड़ी वैल्यू P1 आएगी 3। सो इस तो क्लीयर हो जाता कि 3 कीमत उत्ते उपभोक्ता की है 100 इकाइयां की मांग करेगा। इस सम दे विच असीं P1 पता किया है। सानूं P1 पता करने के लिए की है सीधी गुणा तो बाद सानूं तिरछी गुणा करनी पवेगी। दैन की है ये जरूर याद रखना कि जिहड़ी ब्रैकेट दे विच जो वैल्यूज़ आ उन्हां दी गुणा जिहड़ी बाहरली वैल्यू दे नाल दोनों नाल कीती जाएगी। जेकर सिंबल माइनस का है तो दैन की होना है उसनूं असीं इग्नोर नहीं करना। माइनस की माइनस नाल गुणा करांगे तो प्लस हो जाएगी, प्लस की असी माइनस नाल गुणा की तो साड़ी इत्थे माइनस हो जाएगी। सो ये सम जिहड़ा है तुहाडे लई थोड़ा जिहा लेंथी होवेगा, पर ये सम दे नाल की सानूं इस फॉर्मूले नूं अलग तरीके नाल वरतण दे लई सानूं जिहड़ी है नवीं चीज़ पता लगदी है। तीसरा जिहड़ा सम होवेगा उहदे विच असीं की करांगे Q1 पता करना सानूं क्या होवेगा P1 दिता होवेगा, इलास्टिसिटी ऑफ डिमांड भी दित्ती होवेगी, P0 दिता होवेगा, Q0 दिता होवेगा, पर सानूं Q1 पता करने दे लई क्या होवेगा। सो नैक्सट जिहड़ी थर्ड तरह का जो सम है वो असीं हुण ट्राई करते। मंग की कीमत लोच का जो थर्ड टाइप का जो सम है वो असीं Q1 पता करेंगे। सब तो पहले असीं स्टेटमेंट नूं पढ़ते हाँ। एक उपभोक्ता एक वस्तु की कीमत 4 रुपए प्रति इकाई होने ते 50 इकाइयां की मांग करता है। मंग की कीमत लोच साडी -2 दी गई है। वस्तु की कीमत जी है 3 रुपए प्रति इकाई होने ते उपभोक्ता कितनियां इकाइयां की
ਮੰਗ ਕਰੇਗਾ ਜਾਂ ਕਿੰਨੀਆਂ ਇਕਾਈਆਂ ਖਰੀਦੇਗਾ। ਹੁਣ ਇਹਦੇ ਵਿੱਚ Q1 ਪਤਾ ਕਰ ਲਿਆ ਸਾਨੂੰ ਦਿੱਤਾ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ P0 ਲਿਖਦੇ ਹਾਂ। P0 ਸਾਡਾ ਜਿਹੜੀ ਪਹਿਲੀ ਕੀਮਤ ਹੁੰਦੀ ਆ ਉਹਨੂੰ ਅਸੀਂ P0 ਮੰਨਦੇ ਹਾਂ। ਫਿਰ ਅਸੀਂ Q0 ਲਿਖਦੇ ਹਾਂ। Q0 ਸਾਡਾ ਕਿੰਨਾ ਹੈ 50 ਹੈ। P1 ਸਾਡਾ ਕਿੰਨਾ ਦਿੱਤਾ ਹੋਇਆ ਹੈ 3। Q1 ਸਾਨੂੰ ਕੀ ਹੈ ਉਹ ਪਤਾ ਕਰਨ ਨੂੰ ਕਿਹਾ ਹੋਇਆ, ਨਾਲ ਸਾਨੂੰ ਇਲਾਸਟਿਸਿਟੀ ਆਫ ਡਿਮਾਂਡ ਦਿੱਤੀ ਹੋਈ ਹੈ -2। ਸਭ ਤੋਂ ਪਹਿਲਾਂ ਅਸੀਂ ਡੈਲਟਾ P ਪਤਾ ਕਰਾਂਗੇ। ਡੈਲਟਾ P ਪਤਾ ਕਰਨ ਦਾ ਫਾਰਮੂਲਾ ਕੀ ਹੈ P1 - P0। P1 ਸਾਡਾ ਕਿੰਨਾ ਹੈ 3 ਹੈ। P0 ਸਾਡਾ ਕਿੰਨਾ ਹੈ 4 ਹੈ। ਮਾਈਨਸ ਦਾ 1 ਸਾਡਾ ਜਿਹੜਾ ਡੈਲਟਾ P ਆਵੇਗਾ। ਇਸ ਤਰੀਕੇ ਨਾਲ ਡੈਲਟਾ Q ਸਾਡਾ ਜਿਹੜਾ ਹੈ ਉਹ ਕਿੱਦਾਂ ਪਤਾ ਕਰੀਦਾ Q1 - Q0। Q1 ਸਾਡਾ ਕਿੰਨਾ ਹੈ ਉਹ ਸਾਨੂੰ ਨਹੀਂ ਦਿੱਤਾ, ਉਹਨੂੰ ਅਸੀਂ ਐਜ਼ ਇਟ ਲਿਖ ਲੈਣਾ ਹੈ। Q0 ਸਾਡਾ ਕਿੰਨਾ ਹੈ 50 ਹੈ। ਡੈਲਟਾ Q ਨੂੰ ਅਸੀਂ ਐਜ਼ ਇਟ ਹਲੇ ਲੈ ਕੇ ਚੱਲਾਂਗੇ ਕਿਉਂਕਿ Q1 ਅਸੀਂ ਪਤਾ ਕਰਨਾ ਹੈ। ਹੁਣ ਅਸੀਂ ਫਾਰਮੂਲਾ ਲਿਖਦੇ ਹਾਂ ED - P0 Q0 ਡੈਲਟਾ Q ਡੈਲਟਾ P। ਸੋ ਇਸ ਤਰੀਕੇ ਨਾਲ ਅਸੀਂ ਫਾਰਮੂਲਾ ਲਿਖਾਂਗੇ। ਨੈਕਸਟ ਅਸੀਂ ਫਾਰਮੂਲੇ ਦੀ ਵੈਲਿਊਜ਼ ਪੁੱਟ ਕਰਾਂਗੇ। ED ਸਾਨੂੰ ਕਿੰਨਾ ਦਿੱਤਾ ਹੋਇਆ ਇਲਾਸਟਿਸਿਟੀ ਡਿਮਾਂਡ -2 ਦਿੱਤਾ ਹੋਇਆ ਹੈ। P0 ਸਾਡਾ ਕਿੰਨਾ ਹੈ 4 ਹੈ। Q0 ਸਾਡਾ ਕੀ ਹੈ 50 ਹੈ। ਡੈਲਟਾ Q ਜੋ ਵੀ ਹੈ ਸਾਨੂੰ ਪਤਾ ਕਰਨ ਨੂੰ ਕਿਹਾ ਹੋਇਆ ਉਹਨੂੰ ਅਸੀਂ ਐਜ਼ ਇਟ Q1 - 50 ਲੈ ਕੇ ਚੱਲਾਂਗੇ ਓਵਰ ਡੈਲਟਾ P ਸਾਨੂੰ ਕਿੰਨਾ ਨਿਕਲਿਆ ਸੀ -1। ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਸਿੱਧੀ ਗੁਣਾ ਕਰਾਂਗੇ। ਸਿੱਧੀ ਗੁਣਾ ਦੇ ਵਿੱਚ ਕੀ ਕਰਾਂਗੇ ਅਸੀਂ 50 ਦੀ ਗੁਣਾ 1 ਨਾਲ ਕਰਾਂਗੇ। 4 ਦੀ ਗੁਣਾ ਅਸੀਂ Q1 ਨਾਲ ਵੀ ਕਰਾਂਗੇ। 4 ਦੀ ਗੁਣਾ ਅਸੀਂ 50 ਦੇ ਨਾਲ ਵੀ ਕਰਾਂਗੇ। -2 ਦੇ ਹੇਠਾਂ ਅਸੀਂ 1 ਲਗਾਵਾਂਗੇ ਸਮ ਨੂੰ ਈਜ਼ੀ ਕਰਨ ਦੇ ਲਈ। ਉਸ ਤੋਂ ਬਾਅਦ ਕੀ ਅਸੀਂ 4 ਦੀ ਗੁਣਾ ਜਦੋਂ Q1 ਨਾਲ ਕੀਤੀ ਆ ਦੈਨ ਸਾਡੇ ਕੋਲ ਵੈਲਿਊ 4 Q1 ਰਹਿ ਜਾਵੇਗਾ ਤੇ -2/1 ਇਹਨੂੰ ਅਸੀਂ ਐਜ਼ ਇਟ ਲੈ ਕੇ ਚੱਲਾਂਗੇ। 4 ਦੀ ਗੁਣਾ ਅਸੀਂ ਜਦੋਂ 50 ਨਾਲ ਕਰਦੇ ਹਾਂ ਦੈਨ ਸਾਡੇ ਕੋਲ ਵੈਲਿਊ ਆਵੇਗੀ 200। ਮਾਈਨਸ ਨੂੰ ਹਲੇ ਅਸੀਂ ਇਸ ਤਰੀਕੇ ਨਾਲ ਲੈ ਕੇ ਚੱਲਾਂਗੇ। 50 ਦੀ ਗੁਣਾ ਅਸੀਂ -1 ਨਾਲ ਕਰਦੇ ਹਾਂ ਤਾਂ ਸਾਡੇ ਕੋਲ -50 1 ਹੋ ਜਾਣਗੇ। ਇਸ ਤੋਂ ਬਾਅਦ ਅਸੀਂ ਕੀ ਹੈ ਤਿਰਛੀ ਗੁਣਾ ਕਰਾਂਗੇ। ਸਿੱਧੀ ਗੁਣਾ ਤੋਂ ਬਾਅਦ ਸਾਡਾ ਨੈਕਸਟ ਸਟੈਪ ਕੀ ਹੁੰਦਾ ਤਿਰਛੀ ਗੁਣਾ। ਤਿਰਛੀ ਗੁਣਾ ਦੇ ਵਿੱਚ ਕੀ ਹੋਣਾ ਅਸੀਂ ਹੇਠਲੀ ਵੈਲਿਊ ਨੂੰ ਉੱਪਰਲੀ ਨਾਲ ਗੁਣਾ, ਉੱਪਰਲੀ ਵੈਲਿਊ ਨੂੰ ਹੇਠਲੀ ਨਾਲ ਗੁਣਾ ਕਰਾਂਗੇ। 1 ਦੀ ਗੁਣਾ ਅਸੀਂ 4 Q1 ਨਾਲ ਕਰਦੇ ਹਾਂ -200 ਬ੍ਰੈਕਟ ਦੇ ਵਿੱਚ ਹੈ। ਇਸ ਤਰੀਕੇ ਨਾਲ -2 ਦੀ ਗੁਣਾ ਅਸੀਂ -50 ਨਾਲ ਕਰਾਂਗੇ ਤੇ ਪਲੱਸ ਦੇ ਸਾਡੇ ਕੀ ਆ 100 ਹੋ ਜਾਵੇਗਾ। ਇੱਧਰ ਕੀ ਅਸੀਂ 1 ਦੀ ਗੁਣਾ 4 ਨਾਲ ਕਰਾਂਗੇ ਤਾਂ 4 Q1। 1 ਦੀ ਗੁਣਾ -200 ਨਾਲ ਕਰਾਂਗੇ ਤਾਂ ਇਹ 200 ਹੀ ਰਹਿ ਜਾਵੇਗਾ। ਹੁਣ ਅਸੀਂ ਕੀ ਕਰਾਂਗੇ 4 Q1 ਨੂੰ ਅਸੀਂ ਇੱਧਰ ਹੀ ਰੱਖਾਂਗੇ। -2 ਨੂੰ ਇਕੁਅਲ ਟੂ ਦੀ ਦੂਸਰੀ ਸਾਈਡ ਜਦੋਂ ਲੈ ਕੇ ਜਾਵਾਂਗੇ ਤਾਂ ਉਸਦਾ ਸਿੰਬਲ ਜਿਹੜਾ ਆ ਮਾਈਨਸ ਤੋਂ ਪਲੱਸ ਹੋ ਜਾਵੇਗਾ। 100 ਤੇ 200 ਦਾ ਜੋੜ ਕਰਾਂਗੇ ਦੈਨ ਸਾਡੀ ਕੋਲ ਵੈਲਿਊ ਹੋ ਜਾਵੇਗੀ 300। 4 Q1 ਨੂੰ ਅਸੀਂ ਇੱਧਰ ਹੀ ਰੱਖਾਂਗੇ 300/4 ਕਰਾਂਗੇ ਤਾਂ ਸਾਡਾ ਜਿਹੜਾ ਵੈਲਿਊ ਆਵੇਗੀ Q1 75। Q1 ਸਾਡੀ ਕਿੰਨੀ ਆ ਰਹੀ ਹੈ 75 ਆ ਰਹੀ ਹੈ। ਜਿਹੜੀ ਇਕਾਈਆਂ ਸਾਡੀਆਂ ਪਤਾ ਕਰਨ ਦਿੱਤੀਆਂ ਸੀ ਉਹਦਾ ਆਨਸਰ ਕਿੰਨਾ ਆਇਆ ਹੈ 75 ਆਇਆ ਹੈ। ਭਾਵ 3 ਕੀਮਤ ਹੋਣ ਤੇ ਕੀ ਆ ਵਸਤੂ ਦੀ ਮੰਗ ਜਿਹੜੀ ਆ ਭੋਗਤ ਆ ਉਹ 75 ਕਰੇਗਾ। ਸੋ ਇਸ ਸਮ ਦੇ ਵਿੱਚ ਸਾਨੂੰ Q1 ਪਤਾ ਕਰਨ ਲਈ ਕਿਹਾ ਹੋਇਆ ਸੀ। ਪਹਿਲੇ ਸਮ ਦੇ ਵਿੱਚ ਅਸੀਂ ਕੀ ਕੀਤਾ ਸੀ ਇਲਾਸਟਿਸਿਟੀ ਔਰ ਡਿਮਾਂਡ ਪਤਾ ਕੀਤੀ ਸੀ। ਦੂਸਰੇ ਟਾਈਪਸ ਦੇ ਜਿਹੜੇ ਸਮ ਦੇ ਵਿੱਚ ਅਸੀਂ P1 ਪਤਾ ਕੀਤਾ ਹੈ। ਤੀਸਰੇ ਟਾਈਪਸ ਦਾ ਜਿਹੜਾ ਸਮ ਹੈ ਉਹਦੇ ਵਿੱਚ ਅਸੀਂ Q1 ਪਤਾ ਕੀਤਾ ਹੈ। ਸੋ ਇਹ ਤਿੰਨੋਂ ਤਰ੍ਹਾਂ ਦੇ ਜਿਹੜੇ ਸਮ ਹੈ ਤੁਹਾਨੂੰ ਅਲੱਗ-ਅਲੱਗ ਤਰੀਕੇ ਨਾਲ 4 ਨੰਬਰ ਲਈ ਪੁੱਛੇ ਜਾ ਸਕਦੇ ਆ। ਤੁਹਾਨੂੰ ਪ੍ਰੈਕਟਿਸ ਦੇ ਲਈ ਤਿੰਨਾਂ ਤਰ੍ਹਾਂ ਦੇ ਸਮ ਮੈਂ ਭੇਜਾਂਗਾ ਤੇ ਤੁਸੀਂ ਉਸ ਨੂੰ ਸੋਲਵ ਕਰਕੇ ਮੈਨੂੰ ਵਾਪਸ ਭੇਜਣੇ ਹਨ। ਉਮੀਦ ਹੈ ਤੁਹਾਨੂੰ ਇਹ ਤਿੰਨੋਂ ਤਰ੍ਹਾਂ ਦੇ ਸਮ ਜਿਹੜੇ ਆ ਮੰਗ ਦੀ ਕੀਮਤ ਲੋਚ ਦੇ ਕਲੀਅਰ ਹੋ ਗਏ ਹੋਣਗੇ। ਸੋ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕਸ।